ਐਮਣਾਬਾਦ ਦੀ ਧਰਤੀ ਦੇ ਉੱਪਰ ਸ਼ੋਭਾਇਮਾਨ ਸਨ। ਭਾਈ ਮਰਦਾਨਾ ਜੀ ਤਲਵੰਡੀ ਦੇ ਵਿੱਚ ਮਾਤਾ ਪਿਤਾ ਦੀ ਸਾਰ ਲੈਣ ਵਾਸਤੇ ਆਉਂਦੇ ਹੈ। ਜਦੋਂ ਫਿਰ ਰਾਏ ਬੁਲਾਰ ਜੀ ਨੂੰ ਭਾਈ ਮਰਦਾਨਾ ਜੀ ਮਿਲਦੇ ਹੈ, ਰਾਏ ਬੁਲਾਰ ਜੀ ਪੁੱਛਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੀ ਹਾਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਕਤ ਕਿੱਥੇ ਨੇ? ਭਾਈ ਮਰਦਾਨਾ ਜੀ ਸਾਰਾ ਕੁਝ ਦੱਸਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਵਾਸਤੇ ਚੱਲੇ ਨੇ, ਐਮਣਾਬਾਦ ਦੀ ਧਰਤੀ ਦੇ ਉੱਪਰ ਸ਼ੋਭਾਇਮਾਨ ਨੇ। ਰਾਏ ਬੁਲਾਰ ਜੀ ਕਹਿੰਦੇ ਮੇਰਾ ਸਰੀਰ ਬਜ਼ੁਰਗ ਹੋ ਗਿਆ ਹੈ, ਨਹੀਂ ਤਾਂ ਮੈਂ ਆਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੀ, ਪਰ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹੋ ਕਿ ਕਿਰਪਾ ਕਰਕੇ ਉਹ ਮੈਨੂੰ ਦਰਸ਼ਨ ਬਖਸ਼ਿਸ਼ ਕਰਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਭਾਈ ਮਰਦਾਨਾ ਜੀ ਨੇ ਨਾਲ ਉਹਨਾਂ ਦੇ ਇੱਕ ਸਾਥੀ ਨੇ ਬੇਨਤੀ ਕੀਤੀ ਕਿ ਰਾਏ ਬੁਲਾਰ ਆਪ ਜੀ ਨੂੰ ਯਾਦ ਕਰ ਰਹੇ ਹਨ, ਚੇਤੇ ਕਰ ਰਹੇ ਹਨ। ਰਾਏ ਬੁਲਾਰ ਜੀ ਬੇਨਤੀਆਂ ਕਰਦੇ ਨੇ ਕਿ ਇੱਕ ਵਾਰੀ ਤੁਸੀਂ ਆਣ ਕੇ ਕਿਰਪਾ ਕਰਕੇ ਸਾਨੂੰ ਦਰਸ਼ਨ ਜਿਹੜੇ ਉਹ ਬਖਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਉੱਪਰ ਬਖਸ਼ਿਸ਼ ਕਰਨ ਤੋਂ ਬਾਅਦ ਫਿਰ ਐਮਣਾਬਾਦ ਦੀ ਧਰਤੀ ਤੋਂ ਤੁਰਦੇ ਹੈ, ਤਲਵੰਡੀ ਵਾਲੇ ਪਾਸੇ ਨੂੰ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ। ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਤਲਵੰਡੀ ਤੋਂ ਬਾਹਰ ਵਾਰ ਇੱਕ ਖੂਹ ਦੇ ਉੱਪਰ ਸਤਿਗੁਰੂ ਜੀ ਡੇਰਾ ਕਰਕੇ ਬੈਠ ਜਾਂਦੇ ਹੈ। ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਦੀ ਖਬਰ ਫੈਲਦੀ ਜਾ ਰਹੀ ਸੀ, ਤਿਉਂ-ਤਿਉਂ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰੇ ਕਰਨ ਵਾਸਤੇ ਆ ਰਹੇ ਸਨ। ਕਵੀ ਸੰਤੋਖ ਸਿੰਘ ਜੀ ਇਸ ਤੋਂ ਅਗਲੇਰੇ ਪ੍ਰਸੰਗ ਦੇ ਵਿੱਚ ਦਰਸਾ ਰਹੇ ਹਨ। ਲੜੀਵਾਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ, ਰਸਨਾ ਤੋਂ ਉਚਾਰਨ ਕਰੀਏ। ਸਾਰੇ ਆਖਿਓ ਸਤਨਾਮ ਵਾਹਿਗੁਰੂ ਸਾਹਿਬ ਜੀ। ਵੈਸੇ ਸ੍ਰੀ ਗੁਰੂ ਰੂਪ ਅਨੂਪਾ, ਮੇਰ ਪਿਤਾ ਕੋਹ ਤੋਜ ਕੂਪਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੁੰਦਰ ਸਰੂਪ ਵਾਲੇ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਸਨ। ਜਿਹੜਾ ਨਗਰ ਤੋਂ ਬਾਹਰ ਵਾਰ, ਪਿੰਡ ਤੋਂ ਬਾਹਰ ਵਾਰ ਇੱਕ ਖੂਹ ਸੀ, ਉਸੇ ਸਥਾਨ ਦੇ ਉੱਪਰ ਸਤਿਗੁਰੂ ਬੈਠੇ ਹੋਏ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉੱਥੇ ਬੈਠਿਆਂ ਵੇਖ ਕੇ ਇੱਕ ਮਨੁੱਖ ਨੇ ਜਾ ਕੇ ਸ਼ਹਿਰ ਦੇ ਵਿੱਚ ਇਹ ਸਾਰੀ ਖਬਰ ਦੱਸ ਦਿੱਤੀ। ਕਾਲੂ ਜੀ ਨੂੰ ਵੀ ਘਰ ਦੇ ਵਿੱਚ ਬੈਠਿਆਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਪੁੱਤਰ ਨਾਨਕ ਜੀ ਜਿਹੜੇ ਹੈ ਉਹ ਤਲਵੰਡੀ ਦੇ ਵਿੱਚ ਆਏ ਹਨ। ਸੁਣੋ ਤਹਿ ਬਲੋਗ ਇੱਕ ਨਾ, ਹਾਂਜੀ ਸੁਣਿਓ। ਮਨੋ ਹੁਤੇ ਬਹੁ ਦਿਨ ਕੇ ਪਿਆਸੇ, ਜਲ ਕੇ ਸੁਨ ਦੌਰੇ ਤੇ ਪਾਸੇ। ਜਦੋਂ ਫਿਰ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਲਾਲੂ ਜੀ ਨੇ ਇਹ ਖਬਰ ਸੁਣੀ, ਉਹ ਵੀ ਦੌੜੇ ਆ ਰਹੇ ਸਨ, ਘਰੋਂ ਚੱਲੇ ਹਨ ਮਿਲਣ ਵਾਸਤੇ। ਜਿਵੇਂ ਕਿ ਪਿਆਸੇ ਹੋਏ ਬੰਦੇ ਨੂੰ ਪਾਣੀ ਨਸੀਬ ਹੁੰਦਾ ਹੈ, ਇੱਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦੀ ਲਾਲਸਾ ਜਿਨ੍ਹਾਂ ਦੇ ਅੰਦਰ ਸੀ, ਉਹ ਸਤਿਗੁਰੂ ਦਾ ਨਾਮ ਸੁਣ ਕੇ ਉਧਰ ਨੂੰ ਦੌੜ ਪਏ ਹਨ। ਜਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਇਹ ਖਬਰ ਸੁਣੀ ਤੇ ਉਹ ਵੀ ਜਿਹੜੇ ਸਨ ਉਹ ਵੀ ਚੱਲ ਪਏ ਹਨ। ਜਿਸ ਤਰ੍ਹਾਂ ਦੇ ਨਾਲ ਚੰਦਰਮਾ ਵੱਲ ਵੇਖ ਕੇ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਇੱਦਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਣ ਦੇ ਲਈ, ਉਹਨਾਂ ਦੇ ਦਰਸ਼ਨਾਂ ਪ੍ਰਤੀ ਮਨ ਵਿੱਚ ਇੱਦਾਂ ਹੀ ਲਹਿਰਾਂ ਜਿਹੜੀਆਂ ਉੱਠਦੀਆਂ ਪਈਆਂ ਸੀ, ਮਨ ਵਿੱਚ ਉਛਾਲੇ ਆ ਰਹੇ ਸਨ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤੱਕਿਆਂ ਬਹੁਤ ਸਮਾਂ ਹੋ ਚੁੱਕਿਆ ਸੀ। ਮਾਤਾ ਜੀ ਬੜਾ ਲੰਮਾ ਸਮਾਂ ਹੋ ਗਏ ਸੀ, ਅਜੇ ਮਿਲੇ ਨਹੀਂ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਉਣਾ ਸੁਣ ਕੇ ਮਨ ਅੰਦਰ ਬਹੁਤ ਸਾਰੀਆਂ ਪ੍ਰੇਮ ਦੀਆਂ ਤਰੰਗਾਂ ਆਈਆਂ
ਤੇ ਵਿਆਕੁਲ ਹੋ ਗਏ ਹਨ। ਚਲੀ ਧਾਏ ਅਟ ਪਟ ਪਗ ਭਾਵੇ ਮਿਲੇ ਉਤਾਈ ਅਸ ਮਨ ਲਿਆਵੇ। ਕਹਿੰਦੇ ਮਾਤ ਤ੍ਰਿਪਤਾ ਜੀ ਜਿਹੜੇ ਸਨ ਫਿਰ ਉਹ ਵੀ ਦੌੜੇ ਦੌੜੇ, ਜਿੱਥੇ ਮਹਿਤਾ ਕਲਿਆਣ ਦਾਸ ਦੌੜੇ ਆ ਰਹੇ ਸੀ, ਮਾਤਾ ਤ੍ਰਿਪਤਾ ਜੀ ਵੀ ਦੌੜੇ ਦੌੜੇ ਆ ਰਹੇ ਸਨ। ਆਪਣੇ ਪੁੱਤਰ ਨੂੰ ਮਿਲਣ ਵਾਸਤੇ ਬੜੇ ਉਤਾਵਲੇ ਸਨ। ਸੁਨ ਸੁਨ ਸਭ ਕੁਟੰਬ ਕੇ ਗਵਨਾ ਤਹਾਂ ਗਏ ਜਹ ਬੇਗੁਣ ਭਵਨਾ। ਜਿਵੇਂ ਜਿਵੇਂ ਸਾਰੇ ਪਰਿਵਾਰ ਨੂੰ ਪਤਾ ਲੱਗਦਾ ਗਿਆ, ਉਵੇਂ ਉਵੇਂ ਸਾਰਾ ਪਰਿਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਗੁਣਾਂ ਦੇ ਖਜ਼ਾਨੇ ਜਿੱਥੇ ਬੈਠੇ ਹੋਏ ਸਨ ਉਧਰ ਵਾਲੇ ਪਾਸੇ ਨੂੰ ਦੌੜ ਕੇ ਆ ਰਿਹਾ ਸੀ। ਜਨਨ ਜਨਕ ਆਵਤ ਜਬ ਹੀਰੇ ਕਲਵਾਲਨ ਉਠ ਕਰ ਬਿਨ ਤੇਰੇ। ਜਦੋਂ ਫਿਰ ਮਾਤਾ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਤੱਕਿਆ ਕਿ ਮੇਰੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ ਆ ਰਹੇ ਨੇ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਆ ਰਹੇ ਨੇ। ਸਤਿਗੁਰੂ ਨੇ ਆਪਣੇ ਮਾਤਾ ਪਿਤਾ ਨੂੰ ਵੇਖ ਕੇ ਤੇ ਉੱਠ ਕੇ ਖੜੇ ਹੋ ਗਏ ਹਨ। ਸਭਨ ਭਜਨ ਪਰ ਬੰਧਨ ਕੀਨੀ ਜਨਨੀ ਤਰਕ ਆਸ਼ਿਕ ਦੀਨੀ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਮਾਤਾ ਪਿਤਾ ਨੂੰ ਝੁੱਕ ਕੇ ਨਮਸਕਾਰ ਕੀਤੀ ਹੈ। ਮਾਤਾ ਤ੍ਰਿਪਤਾ ਜੀ ਨੇ ਅੱਗੋਂ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਹਨ। ਸੋ ਲਾਏ ਨੀਰ ਲਿਖ ਜਾਈ ਮਹਾ ਮੋਹ ਮਾਤਾ ਬਿਰਮਾਈ। ਜਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਤਾ ਤ੍ਰਿਪਤਾ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਉਸ ਤੋਂ ਬਾਅਦ ਮਾਤ ਤ੍ਰਿਪਤਾ ਜੀ ਨੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਸੀਨੇ ਦੇ ਨਾਲ ਲਾਇਆ, ਛਾਤੀ ਦੇ ਨਾਲ ਲਾਇਆ। ਪ੍ਰੇਮ ਇੰਨਾ ਸੀ ਮਾਤਾ ਦੇ ਅੰਦਰ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੀਨੇ ਨਾਲ ਲਾਉਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਜਿਹੜਾ ਉਹ ਵਗਣ ਲੱਗ ਜਾਂਦਾ ਹੈ। ਨਾ ਸਕ ਸੁਤ ਕੋ ਨਿਜ ਅੰਕਾ ਜਿਉ ਪਾਵੇ ਪਾਰਸ ਕਿਤ ਕੰਤਾ। ਜਿਵੇਂ ਇੱਕ ਗਰੀਬ ਬੰਦੇ ਨੂੰ ਪਾਰਸ ਲੱਭ ਜਾਏ, ਮਾਇਆ ਲੱਭ ਜਾਏ, ਧਨ ਲੱਭ ਜਾਏ ਤੇ ਉਹ ਖੁਸ਼ ਹੁੰਦਾ ਹੈ ਨਾ, ਇਵੇਂ ਫਿਰ ਮਾਤਾ ਜੀ ਜਿਹੜੇ ਸਨ ਪੁੱਤਰ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਸਨ। ਆਪਣੇ ਪੁੱਤਰ ਨੂੰ ਜੱਫੀ ਦੇ ਵਿੱਚ ਰੱਖ ਕੇ ਤੇ ਛੱਡਦੇ ਨਹੀਂ ਸਨ ਪਏ, ਇੰਨਾ ਪਿਆਰ ਕਰਦੇ ਪਏ ਸਨ। ਆਰਸ਼ ਪਾਸੋ ਭੀਗੇ ਅੰਗਾ ਮਨੋ ਪ੍ਰੇਮ ਪਰਮਾਵੇ ਮੰਗਾ। ਕਹਿੰਦੇ ਕਿ ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ ਸੀ ਤੇ ਨੀਰ ਵਹਿਣ ਦੇ ਨਾਲ ਅੰਗ ਜਿਹੜੇ ਸਨ ਕੱਪੜੇ ਭਿੱਜ ਗਏ ਸਨ। ਇੱਦਾਂ ਕਰਕੇ ਮਾਤ ਤ੍ਰਿਪਤਾ ਜੀ ਦੇ ਅੰਦਰੋਂ ਪ੍ਰੇਮ ਦੀਆਂ ਜਿਹੜੀਆਂ ਉਛਾਲਾਂ ਆ ਰਹੀਆਂ ਸਨ। ਛੇ ਵੇਖ ਗੁਰੂ ਕੇ ਦੇਖ ਕਰ ਪਿਤ ਵਿਸ਼ੇਕ ਬਿਸਮਾਨ। ਜਦੋਂ ਫਿਰ ਮਾਤਾ ਤ੍ਰਿਪਤਾ ਜੀ ਨੇ ਇਹਨਾਂ ਪ੍ਰੇਮ ਕੀਤਾ, ਦੂਜੇ ਪਾਸੇ ਮਹਿਤਾ ਕਲਿਆਣ ਦਾਸ ਜੀ ਨੇ ਜਦੋਂ ਆਪਣੇ ਪੁੱਤਰ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਲਿਬਾਸ ਤੱਕਿਆ, ਉਹ ਬੜਾ ਵੇਖ ਕੇ ਗੁੱਸੇ ਵਿੱਚ ਆਏ ਨੇ। ਕਪੀਨ ਇੱਕ ਨੁਕਤ ਕਰ ਦੇ ਦੁਪੱਟੇ ਸਭਿਆਨਾ। ਕਹਿੰਦੇ ਲੱਕ ਦੇ ਦੁਆਲੇ ਧੋਤੀ ਬੱਧੀ ਹੋਈ ਸੀ, ਹੱਥ ਦੇ ਵਿੱਚ ਇੱਕ ਸਾਫਾ ਫੜਿਆ ਹੋਇਆ ਸੀ। ਇੱਦਾਂ ਕਰਕੇ ਨਾਲ ਦੋ ਚਾਦਰੇ ਸੀ, ਭਗਵੇਂ ਜੇ ਰੰਗ ਦਾ ਸਤਿਗੁਰੂ ਨੇ ਲਿਬਾਸ ਪਾਇਆ ਹੋਇਆ ਸੀ। ਇਹ ਸਾਰਾ ਕੁਝ ਵੇਖ ਕੇ ਜਿਹੜੇ ਮਹਿਤਾ ਕਲਿਆਣ ਦਾਸ ਪਿਤਾ ਜੀ ਸਨ ਗੁੱਸੇ ਵਿੱਚ ਆਉਂਦੇ ਹਨ। ਲਪੇਟੋ ਇੱਕ ਸਮਿਆਨਾ ਦੂਜੇ ਤਨ ਪਰ ਮਿਆ ਨਿਧਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਚਾਦਰਾ ਲੱਕ ਦੇ ਨਾਲ ਲਪੇਟਿਆ ਹੋਇਆ ਸੀ ਤੇ ਦੂਜਾ ਚਾਦਰਾ ਸਤਿਗੁਰੂ ਨੇ ਆਪਣੇ ਸਰੀਰ ਦੇ ਉੱਪਰ ਧਾਰਨ ਕੀਤਾ ਹੋਇਆ ਸੀ। ਨੁਕਰ ਸਿਰ ਉੱਪਰ ਸੋਹੇ ਮਿੰਤੀ ਜੁਗਲਾ ਗਜਨ ਕਾ ਜੋ ਹੈ। ਕਹਿੰਦੇ ਕਿ ਇੱਕ ਸਾਫਾ ਸਤਿਗੁਰੂ ਦੇ ਸੀਸ ਦੇ ਉੱਪਰ ਸ਼ੋਭ ਰਿਹਾ ਸੀ ਤੇ ਦੂਸਰਾ ਜਿਹੜਾ ਸੀ 2 ਗਜਾਂ ਦਾ ਜਿਹੜਾ ਸੀ ਉਹ ਸਤਿਗੁਰੂ ਦੇ ਕੋਲ ਸੀ। ਐਸੀ ਧਿਆਨ ਤਰਤ ਸਿੱਖ ਦਿਉ ਮਨ ਬਾਜ ਫਲ ਪਾਵੇ ਤਿਉ। ਕਵੀ ਸੰਤੋਖ ਸਿੰਘ ਕਹਿੰਦੇ ਇੱਦਾਂ ਸੁੰਦਰ ਸਰੂਪ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜਾ ਦਰਸ਼ਨ ਕਰਦਾ ਏ, ਜਿਹੜਾ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਏ, ਉਹਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਫਿਰ ਕਾਲੂ ਜੀ ਨੇ ਬਹੁਤ ਜ਼ਿਆਦਾ ਗੁੱਸਾ ਕੀਤਾ, ਕੋਲ ਖੜੇ ਸਨ ਲਾਲੂ ਜੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਾਚਾ ਜੀ ਸਨ। ਉਹਨਾਂ ਨੇ ਜਿਹੜਾ ਹੈ ਇੱਦਾਂ ਕਰਕੇ ਫਿਰ ਸਮਝਾਉਣ ਦਾ ਯਤਨ ਕੀਤਾ ਹੈ। ਇੱਦਾਂ ਕਰਕੇ ਫਿਰ ਜਿਹੜੇ ਮਹਿਤਾ ਕਲਿਆਣ ਦਾਸ ਜੀ ਨੂੰ ਕਿਹਾ ਗਿਆ ਕਿ ਤੁਸੀਂ ਬਹੁਤ ਬੁੱਧੀਮਾਨ ਹੋ, ਤੁਸੀਂ ਸਿਆਣੇ ਹੋ,
ਆਪਣੇ ਮਨ ਵਿੱਚ ਜਿਹੜਾ ਉਹ ਵਿਚਾਰ ਕਰਨਾ ਕਰੋ। ਅਮਰੀ ਤੁਮਰੀ ਕੇ ਲਾਜਾ ਜਸ ਅਬ ਜਸ ਕੇ ਕਾਜ ਕੁਕਾਜਾ। ਕਹਿਣ ਲੱਗਿਆ ਕਿ ਤੁਹਾਡੀ ਤੇ ਮੇਰੀ ਇੱਕੋ ਹੀ ਇੱਜ਼ਤ ਹੈ, ਆਪਣੇ ਦੋਵਾਂ ਵਿੱਚ ਕੋਈ ਫਰਕ ਥੋੜ੍ਹੀ ਹੈ। ਤੁਹਾਡੀ ਇੱਜ਼ਤ ਹੋਏਗੀ, ਮੇਰੀ ਇੱਜ਼ਤ ਹੋਏਗੀ, ਤੁਹਾਡਾ ਅਪਮਾਨ ਹੋਏਗਾ, ਮੇਰਾ ਅਪਮਾਨ ਹੋਏਗਾ, ਸਾਡੀ ਦੋਵਾਂ ਦੀ ਗੱਲ ਜਿਹੜੀ ਉਹ ਇੱਕੋ ਹੀ ਹੈ। ਇੱਕ ਬਨਾਰਸੀ ਮਾਤ ਹਮ ਪਿਤਾ ਏਕ ਸ਼ਿਵਰਾਮ। ਕਾਲੂ ਜੀ ਨੂੰ ਸਮਝਾਉਂਦਿਆਂ ਹੋਇਆਂ ਚਾਚਾ ਲਾਲੂ ਜੀ ਕਹਿ ਰਹੇ ਸਨ, ਕਹਿੰਦੇ ਆਪਣੀ ਮਾਤਾ ਇੱਕੋ ਹੈ ਬਨਾਰਸੀ ਜੀ, ਸਾਡਾ ਪਿਤਾ ਸ਼ਿਵਰਾਮ ਉਹ ਵੀ ਇੱਕੋ ਹੈ, ਭਾਵ ਅਸੀਂ ਇੱਕੋ ਹੀ ਮਾਤਾ ਪਿਤਾ ਦੇ ਪੁੱਤਰ ਹਾਂ। ਤੁਮਰਾ ਤੁਮਰਾ ਭੇਦ ਨ ਹੈ ਏਕੋ ਸਭ ਧਾਮ। ਨਾਲ ਹੀ ਇਹ ਵੀ ਕਿਹਾ ਕਾਲੂ ਜੀ ਨੇ, ਕਹਿਣ ਲੱਗੇ ਕਹਿੰਦੇ ਤੁਹਾਡੇ ਵਿੱਚ ਤੇ ਮੇਰੇ ਵਿੱਚ ਫਰਕ ਵੀ ਕੋਈ ਨਹੀਂ, ਆਪਣਾ ਘਰ ਵੀ ਇੱਕੋ ਹੈ, ਬਾਹਰ ਵੀ ਇੱਕੋ ਹੈ, ਭਾਵ ਅਸੀਂ ਇੱਕੋ ਹੀ ਤਾਂ ਹਾਂ, ਇੱਕੋ ਪਰਿਵਾਰ ਦੇ ਵਿੱਚ ਰਹਿਣ ਵਾਲੇ ਹਾਂ। ਮਾਨੋ ਬਚਨ ਕਿਉ ਅਬ ਮੇਰਾ ਕਠਨ ਸੁਭਾਏ ਦੇਖੋ ਹੈ ਤੇਰਾ। ਫਿਰ ਇੰਨੀ ਗੱਲ ਵੀ ਕਹਿ ਦਿੱਤੀ ਕਾਲੂ ਜੀ ਨੇ, ਕਹਿਣ ਲੱਗੇ ਲਾਲੂ ਜੀ ਭਾਵੇਂ ਤੁਸੀਂ ਵੱਡੇ ਹੋ ਪਰ ਤੁਹਾਡਾ ਸੁਭਾਅ ਜਿਹੜਾ ਉਹ ਥੋੜ੍ਹਾ ਖਰਵਾ ਹੈ, ਤੁਸੀਂ ਕਿਸੇ ਦੀ ਵੀ ਕਹੀ ਹੋਈ ਗੱਲ ਜਿਹੜੀ ਛੇਤੀ ਕੀਤਿਆਂ ਮੰਨਦੇ ਨਹੀਂ ਹੋ। ਮੈਂ ਦੁਰਬਾਕ ਬਖਾਨੇ ਕੋ ਰੋਸ ਨਿਵਾਰੋ ਹਿਰਦੇ ਜੋ। ਫਿਰ ਗੱਲ ਸਮਝਾਉਂਦਿਆਂ ਹੋਇਆਂ ਲਾਲੂ ਜੀ ਕਹਿਣ ਲੱਗੇ ਕਾਲੂ ਜੀ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹਾਂ, ਆਪਣੇ ਮਨ ਦੇ ਵਿੱਚੋਂ ਗੁੱਸਾ ਜਿਹੜਾ ਨਾ ਉਹਨੂੰ ਕੱਢ ਦੇਣਾ ਕਰੋ। ਆਸਨ ਉਚਰ ਮਦਰ ਬਰ ਬੈਨਾ ਇੱਕ ਬਾਰ ਲੈ ਚਲੀਏ ਨਾ। ਫਿਰ ਲਾਲੂ ਜੀ ਕਹਿਣ ਲੱਗੇ, ਕਹਿੰਦੇ ਕਿ ਇੱਕੋ ਹੀ ਬਚਨ ਉਹਨਾਂ ਨੇ ਉਚਾਰਨ ਕੀਤਾ, ਕਹਿਣ ਲੱਗੇ ਨਾਨਕ ਜੀ ਚਲੋ ਹੁਣ ਆਪਾਂ ਘਰ ਚੱਲਣਾ ਕਰੀਏ। ਆਸਕੁਨ ਕਾਲੂ ਤੂਸ਼ਨ ਰਹਿਓ ਕਰ ਵਿਚਾਰਨ ਬਚ ਕਸ਼ ਕਿਓ। ਇੱਦਾਂ ਕਰਕੇ ਫਿਰ ਮਹਿਤਾ ਕਲਿਆਣ ਦਾਸ ਜੀ ਖਾਮੋਸ਼ ਹੋ ਗਏ, ਚੁੱਪ ਹੋ ਗਏ, ਚਾਹੁੰਦਿਆਂ ਹੋਇਆਂ ਵੀ ਕੁਝ ਨਹੀਂ ਬੋਲੇ। ਚੁੱਪ ਕਰਕੇ ਜਿਹੜਾ ਹੈ ਉੱਥੇ ਆਪਣੇ ਹੀ ਅੰਦਰ ਗਿਣਤੀਆਂ ਮਿੰਤੀਆਂ ਆਪਣੇ ਅੰਦਰ ਹੀ ਬੜਾ ਕੁਝ ਬੋਲ ਕਬੋਲ ਬੋਲ ਕੇ ਚੁੱਪ ਕੀਤੇ ਖਲੋਤੇ ਰਹੇ ਹਨ। ਟਿਕ ਹੈ ਬਚਨ ਉਚਾ ਬਾਚਾ ਸੁਨ ਨਾਨਕ ਮੈਂ ਤੁਮਰੇ ਚਾਚਾ। ਫਿਰ ਲਾਲੂ ਜੀ ਕਹਿਣ ਲੱਗੇ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ ਨਾਨਕ ਉਠੋ, ਮੈਂ ਤੇਰਾ ਚਾਚਾ ਹਾਂ, ਮੈਂ ਤੈਨੂੰ ਕੋਲ ਹੋ ਕੇ ਇੱਕ ਗੱਲ ਆਖ ਰਿਹਾ ਹਾਂ। ਅੰਤਰ ਤਰਕ ਤੋਰ ਮਮ ਬੈਸਾ ਮੂਹ ਤੁਮਰੇ ਬਾਚੇ ਜੈਸਾ ਜੈਸਾ। ਲਾਲੂ ਜੀ ਕਹਿਣ ਲੱਗੇ, ਕਹਿੰਦੇ ਮੇਰੇ ਵਿੱਚ ਤੇ ਤੇਰੇ ਪਿਤਾ ਵਿੱਚ ਕੋਈ ਫਰਕ ਵੀ ਨਹੀਂ ਹੈ, ਸਾਡੀ ਉਮਰ ਵੀ ਲਗਭਗ ਇੱਕੋ ਜੀ ਹੈ, ਮੈਂ ਤੇਰੇ ਪਿਤਾ ਵਰਗਾ ਹੀ ਹਾਂ, ਤੇ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਆਪਾਂ ਜਿਹੜਾ ਹੈ ਉਹ ਘਰ ਨੂੰ ਚੱਲਣਾ ਕਰੀਏ। ਇਵੇਂ ਕਰਕੇ ਲਾਲੂ ਜੀ ਜਿਹੜੇ ਸਨ ਜਿੱਥੇ ਮਹਿਤਾ ਕਲਿਆਣ ਦਾਸ ਨੂੰ ਸਮਝਾ ਰਹੇ ਨੇ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਘਰ ਖੜਨ ਵਾਸਤੇ ਵੀ ਆਖ ਰਹੇ ਹਨ। ਜਦੋਂ ਫਿਰ ਲਾਲੂ ਜੀ ਨੇ ਅਗਲਾ ਬਚਨ ਕਿਹਾ, ਕਹਿੰਦੇ ਜਦੋਂ ਤੁਸੀਂ ਵਿਦੇਸ਼ ਚਲੇ ਗਏ, ਭਾਵ ਬਾਹਰ ਕਿਤੇ ਚਲੇ ਗਏ ਸੀ, ਉਦੋਂ ਤੁਹਾਡੇ ਮਾਤਾ ਜੀ ਜਿਹੜੇ ਉਹ ਰੋਇਆ ਕਰਦੇ ਸੀ। ਲਾਲੂ ਜੀ ਕਹਿਣ ਲੱਗੇ, ਕਹਿੰਦੇ ਨਾਨਕ ਜੀ ਪੁੱਤਰ ਦੇ ਵਿਛੋੜੇ ਵਿੱਚ ਤੁਹਾਡੀ ਮਾਤਾ ਜੀ ਦਿਨ ਰਾਤ ਵਿਰਲਾਪ ਕਰਿਆ ਕਰਦੀ ਸੀ। ਕਾਲੂ ਤੁਮੇ ਕਵਾਕ ਉਚਾਰੇ ਚੇਤਨ ਕਰ ਦਿੱਤ ਦੇਹ ਬਸਾਰੇ। ਅਗਲੀ ਗੱਲ ਕਹੀ, ਕਹਿਣ ਲੱਗੇ ਨਾਨਕ ਜੀ ਜੋ ਤੁਹਾਨੂੰ ਮਹਿਤਾ ਕਲਿਆਣ ਦਾਸ ਨੇ ਬੁਰੇ ਭਲੇ ਬਚਨ ਕਹਿ ਦਿੱਤੇ ਹਨ ਉਹਨਾਂ ਨੂੰ ਚੇਤੇ ਨਾ ਕਰੋ, ਭਾਵ ਉਹਨਾਂ ਬਚਨਾਂ ਨੂੰ ਹੁਣ ਛੱਡ ਦੇਣਾ ਕਰੋ। ਅਗਲੀ ਗੱਲ ਵੀ ਕਹਿ ਦਿੱਤੀ। ਲਾਲੂ ਜੀ ਕਹਿੰਦੇ ਨੇ ਆਪਣੀ ਮਾਤਾ ਵੱਲ ਵੇਖੋ, ਉਹਨਾਂ ਤੇ ਰਹਿਮ ਕਰੋ, ਉਹਨਾਂ ਨੂੰ ਛੱਡ ਕੇ ਹੁਣ ਤੁਸੀਂ ਕਿਤੇ ਵੀ ਨਾ ਜਾਇਓ। ਜਬ ਸਨੇ ਮੈਂ ਮਗਨ ਰਹੇ ਨਿਤ ਗਿਓ ਵਿਦੇਸ਼ ਤੋ ਤੁਝ ਇੱਕ ਸੁਤ। ਲਾਲੂ ਜੀ ਆਖਦੇ ਨੇ, ਕਹਿੰਦੇ ਨਾਨਕ ਜੀ ਤੁਹਾਡੇ ਮਾਤਾ ਜੀ ਤੁਹਾਡੇ ਮੋਹ ਦੇ ਵਿੱਚ ਬੱਝੇ ਹੋਏ ਹਨ, ਜਦੋਂ ਤੁਸੀਂ ਚਲੇ ਜਾਂਦੇ ਹੋ ਬਹੁਤ ਜ਼ਿਆਦਾ ਵਰਲਾਪ ਕਰਦੀ ਹੈ, ਇਸ ਕਰਕੇ ਤੁਸੀਂ ਉਹਨਾਂ ਨੂੰ ਛੱਡ ਕੇ ਨਾ ਜਾਇਓ। ਜਾਤੇ ਕਰਤ ਬਲਾਪ ਕਲਾਪਾ ਸੁਤ ਬਿਰਹਾ ਕੇ ਤਨ ਪਰਤਾਪਾ। ਅਸਲ ਗੱਲ ਹੀ ਸੰਸਾਰ ਦੀ ਇਹ ਹੈ, ਕੋਈ ਵੀ ਮਾਤਾ ਪੁੱਤਰ ਦਾ ਵਿਛੋੜਾ ਜਰ ਨਹੀਂ ਸਕਦੀ। ਇਸ ਕਰਕੇ ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਰੱਬੀ ਪੁਰਸ਼ ਸਨ, ਪਰ ਮਾਤਾ ਜੀ ਜਿਹੜੇ ਸਨ ਉਹਨਾਂ ਵਾਸਤੇ ਤੇ ਉਹਨਾਂ ਦਾ ਪੁੱਤਰ ਹੀ ਸੀ ਨਾ।
ਕਹਿੰਦੇ ਕਿ ਪੁੱਤਰ ਦੇ ਵਿਛੋੜੇ ਦੀ ਤਕਲੀਫ ਜਿਹੜੀ ਉਹ ਜਰੀ ਨਹੀਂ ਜਾ ਰਹੀ ਸੀ। ਸੁਣਤ ਸਰੋਤ ਸਦਨੇ ਤੇ ਧਾਈ ਬਦਨ ਬਲੋਕਤ ਹਿਤ ਦੁਰਤ ਆਈ। ਲਾਲੂ ਜੀ ਅਗਲੀ ਗੱਲ ਆਖਦੇ ਹਨ, ਕਹਿੰਦੇ ਨਾਨਕ ਜੀ ਦੇਖੋ, ਜਦੋਂ ਪਤਾ ਲੱਗਾ ਕਿ ਪੁੱਤਰ ਨਾਨਕ ਆਇਆ ਹੈ, ਆ ਦੇਖੋ ਘਰ ਦੇ ਵਿੱਚੋਂ ਕਿੰਨੀ ਤੇਜ਼ੀ ਦੇ ਨਾਲ ਤੁਹਾਡਾ ਮੁਖੜਾ ਤੱਕਣ ਵਾਸਤੇ ਦੌੜੀ ਆਈ ਹੈ। ਨਾਲ ਹੀ ਲਾਲੂ ਜੀ ਅਗਲੀ ਗੱਲ ਕਹਿੰਦੇ ਨੇ ਕਿ ਕਾਲੂ ਜੀ ਜਿਹੜੇ ਹਨ ਮੇਰੇ ਤੋਂ ਵੱਡੇ ਹਨ, ਇਸ ਕਰਕੇ ਉਹਨਾਂ ਦੇ ਮੂਹਰੇ ਮੈਂ ਵੀ ਕਦੇ ਨਹੀਂ ਬੋਲਿਆ। ਅਗਲੀ ਗੱਲ ਆਖਦਿਆਂ ਕਹਿੰਦੇ ਨੇ ਲਾਲੂ ਜੀ ਕਹਿੰਦੇ ਨੇ ਨਾਨਕ ਜੀ ਹੁਣ ਚਲੋ ਘਰ ਚੱਲੀਏ, ਹੁਣ ਤੁਸੀਂ ਹੋਰ ਕਿਧਰੇ ਵੀ ਨਹੀਂ ਜਾਣਾ, ਬਾਹਰ ਕਿਧਰੇ ਵੀ ਨਹੀਂ ਜਾਣਾ, ਨਾ ਕਿਸੇ ਦੇਸ਼ ਵਿੱਚ ਨਾ ਵਿਦੇਸ਼ ਵਿੱਚ, ਤੁਸੀਂ ਹੁਣ ਮੇਰੇ ਨਾਲ ਘਰ ਚੱਲਣਾ ਕਰੋ। ਮਾਤ ਪਿਤਾ ਸੁਖ ਦੀਜੀਏ ਦੂਰ ਕਰੋ ਹੇ ਬੇਸ। ਕਹਿਣ ਲੱਗੇ ਆ ਜਿਹੜਾ ਲਿਬਾਸ ਤੁਸੀਂ ਆਪਣੇ ਤਨ ਤੇ ਧਾਰਨ ਕੀਤਾ ਹੋਇਆ ਨਾ, ਭਗਵੇਂ ਰੰਗ ਦੇ ਕੱਪੜੇ ਪਾਏ, ਇਹ ਕਿੱਦਾਂ ਦਾ ਲਿਬਾਸ ਬਣਾਇਆ? ਇਹ ਲਿਬਾਸ ਹੁਣ ਤੁਸੀਂ ਛੱਡ ਦੇਣਾ ਕਰੋ, ਆਪਣੇ ਮਾਤਾ ਪਿਤਾ ਨੂੰ ਜਿਹੜਾ ਉਹ ਸੁੱਖ ਦੇਣਾ ਕਰੋ। ਗਿਆਨ ਸਾਨ ਕੀ ਨਾਨਕ ਬਾਣੀ ਆਨੰਦ ਭਨੇ ਦੇਖ ਗੁਣ ਖਾਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਗੁਣਾਂ ਦੇ ਖਜ਼ਾਨੇ ਸਨ, ਜਿਨ੍ਹਾਂ ਦੇ ਅਮੁਖ ਦੇ ਵਿੱਚੋਂ ਵੀ ਗੁਣ ਹੀ ਕਿਰਦੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਵਕਤ ਆਖਦੇ ਹਨ, ਆਪਣੇ ਮੁਖ ਤੋਂ ਬਚਨ ਉਚਾਰਨ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅਸੀਂ ਇੱਕ ਘਰ ਮੱਲਿਆ ਹੋਇਆ ਹੈ, ਉਸ ਘਰ ਨੂੰ ਅਸੀਂ ਕਦੇ ਵੀ ਨਹੀਂ ਛੱਡ ਸਕਦੇ। ਉਹ ਕਿਹੜਾ ਘਰ ਹੈ? ਕਵੀ ਸੰਤੋਖ ਸਿੰਘ ਜੀ ਜਿਹੜੇ ਹਨ ਉਹ ਦਰਸਾ ਰਹੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ ਬਾਕੀ ਸਾਰੇ ਘਰ ਜਿਹੜੇ ਹਨ ਉਹ ਝੂਠੇ ਹਨ, ਅਸਲ ਘਰ ਜਿਹੜਾ ਹੈ ਇੱਕੋ ਹੀ ਹੈ। ਉਹਨੂੰ ਸਾਨੂੰ ਸਾਰਿਆਂ ਨੂੰ ਉਸ ਘਰ ਦੇ ਬਾਰੇ ਮੰਨ ਲੈਣਾ ਚਾਹੀਦਾ ਹੈ। ਆ ਜਿਹੜਾ ਸੰਸਾਰ ਹੈ ਇਹ ਕੂੜ ਹੈ, ਇਹ ਝੂਠ ਹੈ, ਤੇ ਮਨੁੱਖ ਜਿਹੜਾ ਇਹ ਸੰਸਾਰ ਦੇ ਝੂਠੇ ਜੰਜਾਲ ਦੇ ਵਿੱਚ ਵੱਜਾ ਰਹਿੰਦਾ ਹੈ। ਮਹਾਰਾਜ ਦੀ ਬਾਣੀ ਨੇ ਕਿਹਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਸਾਰਾ ਕੁਝ ਕੂੜ ਹੈ, ਝੂਠ ਹੈ, ਤੇ ਮਨੁੱਖ ਇਸ ਕੂੜ ਦੇ ਵਿੱਚ, ਇਸ ਜੰਜਾਲ ਦੇ ਵਿੱਚ ਵੱਜਾ ਹੋਇਆ ਹੀ ਆਪਣਾ ਸਾਰਾ ਜੀਵਨ ਵਿਅਰਥ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਸਾਰੀ ਉਮਰ ਬਤੀਤ ਕਰ ਦਿੰਦਾ ਹੈ, ਅੰਤ ਵੇਲੇ ਉਸ ਨੂੰ ਸੰਸਾਰ ਦੇ ਵਿੱਚੋਂ ਹੱਥ ਝਾੜ ਕੇ ਜਾਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਹੁਤ ਐਸੇ ਲੋਕ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ, ਇਸ ਕੂੜ ਦੇ ਵਿੱਚ ਪੈ ਕੇ ਆਪਣੇ ਮਨੁੱਖਾ ਜੀਵਨ ਨੂੰ ਜਿਹੜਾ ਉਹ ਵਿਅਰਥ ਗਵਾ ਦੇਣਾ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਖਲੋ ਕੇ ਫਿਰ ਚਾਚਾ ਲਾਲੂ ਜੀ ਕਹਿੰਦੇ ਪੁੱਤਰ ਸੁਣੋ, ਆ ਵੇਖੋ ਮਾਤਾ ਤੈਨੂੰ ਲੈਣ ਵਾਸਤੇ ਆਈ ਹੈ। ਇਸ ਤੇਰੀ ਮਾਤਾ ਨੂੰ ਬਹੁਤ ਸਮੇਂ ਤੋਂ ਤੁਹਾਡਾ ਮੁਖ ਦੇਖਣ ਦੀ, ਤੁਹਾਨੂੰ ਦੇਖਣ ਦੀ ਬੜੀ ਮਨ ਵਿੱਚ ਇੱਛਾ ਸੀ, ਤੁਸੀਂ ਆਏ ਹੋ, ਹੁਣ ਇਹਦੇ ਨਾਲ ਚੱਲਣਾ ਕਰੋ। ਕਹਿਣ ਲੱਗੇ ਲਾਲੂ ਜੀ ਆਖਦੇ ਨੇ ਆ ਕਾਲੂ ਜੀ ਤੁਹਾਡੇ ਪਿਤਾ ਨੇ, ਮੈਂ ਤੁਹਾਡਾ ਚਾਚਾ ਲੱਗਦਾ ਹਾਂ, ਅਸੀਂ ਸਾਰਾ ਹੀ ਤੁਹਾਡਾ ਪਰਿਵਾਰ ਹਾਂ, ਤੁਹਾਨੂੰ ਅਸੀਂ ਪ੍ਰੇਮ ਕਰਦੇ ਹਾਂ। ਚਲੋ ਕਟੱਪ ਵਿਖੇ ਨਿਜ ਰਹੀਏ, ਆਨ ਜਾਨ ਕੋ ਨਾਮ ਨਾ ਕਹੀਏ। ਕਹਿੰਦੇ ਹੁਣ ਤੁਸੀਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਟੱਬਰ ਦੇ ਵਿੱਚ ਰਹੋ, ਹੋਰ ਕਿਧਰੇ ਵੀ ਜਾਣ ਦਾ ਨਾਂ ਤੱਕ ਵੀ ਜਿਹੜਾ ਉਹ ਤੁਸੀਂ ਨਹੀਂ ਲੈਣਾ। ਬਾਦਵ ਮੈਂ ਪਤ ਹੈ ਅਧਿਕਾਰੀ ਅਧਿਕਾਈ, ਲਖੇ ਲਾਇਕ ਹੋ ਸਭ ਥਾਈ। ਕਹਿਣ ਲੱਗੇ ਹੁਣ ਆਪਸ ਦੇ ਵਿੱਚ ਰਿਸ਼ਤਾ ਬਣਾ ਕੇ ਰੱਖਣਾ ਹੈ,
ਇੱਜ਼ਤ ਬਣਾ ਕੇ ਰੱਖਣੀ ਹੈ, ਸਾਰਿਆਂ ਨੂੰ ਆਪਣੇ ਭੈਣ ਭਰਾ ਕਰਕੇ ਜਾਣਨਾ ਹੈ। ਇਹ ਸਭ ਤੋਂ ਸਿਆਣਪ ਵਾਲੀ ਸਿਆਣੀ ਗੱਲ ਇਹ ਹੈ। ਏਕ ਫਕੀਰੀ ਜੋ ਤੁਮ ਕੀਨੋ ਸਭਨ ਫਕੀਰ ਸਭਨ ਸਰੀਕਨ ਓ ਮਨ ਚੀਨੋ। ਕਹਿਣ ਲੱਗੇ ਆ ਜਿਹੜਾ ਤੁਸੀਂ ਆਪਣੇ ਤਨ ਦੇ ਉੱਪਰ ਪਹਿਰਾਵਾ ਫਕੀਰਾਂ ਵਾਲਾ ਧਾਰਨ ਕੀਤਾ ਹੈ, ਇਹ ਫਕੀਰਾਂ ਵਾਲਾ ਜਿਹੜਾ ਲਿਬਾਸ ਧਾਰਨ ਕੀਤਾ ਹੈ, ਇਹਦੇ ਬਾਰੇ ਸੰਸਾਰ ਦੇ ਲੋਕ, ਸ਼ਰੀਕੇ ਬਰਾਦਰੀ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਿਓ ਨਲਾਇਕ ਆਏ ਨਾ ਕਾਜਾ ਤਨ ਮੈਂ ਭੇਖ ਫਕੀਰੀ ਸਾਜਾ। ਦੇਖ ਨਾਨਕ ਪੁੱਤਰ, ਆ ਦੁਨੀਆ ਦੇ ਲੋਕ ਗੱਲਾਂ ਕਰਦੇ ਐ ਕਿ ਨਾਨਕ ਨਲਾਇਕ ਹੈ, ਇਹਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ, ਇਸੇ ਕਰਕੇ ਆਪਣੇ ਤਨ ਦੇ ਉੱਪਰ ਫਕੀਰਾਂ ਵਾਲਾ ਲਿਬਾਸ ਧਾਰਨ ਕਰਕੇ ਰੱਖਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਖਲੋ ਕੇ ਲਾਲੂ ਜੀ ਕਹਿ ਰਹੇ ਸਨ, ਤੁਸੀਂ ਮੇਰਾ ਕਹਿਣਾ ਮੰਨੋ, ਤੁਸੀਂ ਜਵਾਬ ਨਹੀਂ ਵੀ ਦੇਣਾ ਤੇ ਕੋਈ ਗੱਲ ਨਹੀਂ, ਦੇਖੋ ਦੁਨੀਆ ਦੇ ਲੋਕਾਂ ਨੂੰ ਅਸੀਂ ਕਿੰਨੇ ਕੁ ਜਵਾਬ ਦਈਏ, ਇਸ ਕਰਕੇ ਤੁਸੀਂ ਹੁਣ ਪਰਿਵਾਰ ਦੇ ਵਿੱਚ ਰਹਿਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਫੇਰ ਮੁਸਕਰਾਏ ਤੇ ਅੱਗੋਂ ਬਚਨ ਕਰਦੇ ਹਨ। ਸਤਿਗੁਰੂ ਕਹਿੰਦੇ ਨੇ, ਚਾਚਾ ਜੀ, ਲਾਲੂ ਜੀ, ਮੇਰਾ ਪਰਿਵਾਰ ਜਿਹੜਾ ਉਹ ਬਹੁਤ ਵੱਡਾ ਹੈ। ਕਹਿੰਦੇ ਕਿ ਉਹਨਾਂ ਉਸ ਪਰਿਵਾਰ ਦੇ ਵਿੱਚ ਰਹਿਣਾ, ਉਹਦੇ ਨਾਲ ਫਿਰ ਅਪਾਰ ਕਿਰਪਾ ਵੀ ਹੁੰਦੀ ਹੈ ਮਾਲਕ ਦੀ, ਤੇ ਇੱਜ਼ਤ ਵੀ ਜਿਹੜੀ ਉਹ ਬਹੁਤ ਜ਼ਿਆਦਾ ਮਿਲਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪ੍ਰੇਮ ਮੇਰਾ ਪਿਤਾ ਹੈ ਤੇ ਚੰਗੀ ਬੁੱਧੀ ਜਿਹੜੀ ਹੈ ਉਹ ਜਿਹੜੀ ਮੇਰੀ ਮਾਤਾ ਹੈ। ਇਹ ਜਿਹੜੀ ਸ਼ਾਂਤੀ ਭਾਵ ਮਨ ਦਾ ਟਿਕਾਓ ਹੈ ਇਹ ਦਾਈ ਹੈ। ਇੱਦਾਂ ਕਰਕੇ ਆਦਰ ਜਿਹੜਾ ਹੈ ਇਹ ਮੈਨੂੰ ਖਿਡਾਉਂਦਾ ਪਿਆ ਹੈ। ਕਹਿਣ ਲੱਗੇ, ਇੱਦਾਂ ਕਰਕੇ ਸ੍ਰਿਸ਼ਟੀ ਦੇ ਵਿੱਚ ਰਾਤ ਦਿਨ ਜਿਹੜੇ ਹੈ ਉਹ ਸਾਨੂੰ ਖਿਡਾਉਂਦੇ ਪਏ ਨੇ। ਸੰਤੋਖ ਹੀ ਸਭ ਤੋਂ ਸੱਚਾ ਹੈ, ਜਿਹਦੇ ਵਿੱਚ ਰਹਿ ਕੇ ਮਨੁੱਖ ਨੂੰ ਦਿਨ ਬਤੀਤ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਚਾਚਾ ਜੀ, ਸਾਡੀ ਭੈਣ ਜਿਹੜੀ ਹੈ ਉਹ ਖਿਮਾ ਹੈ, ਭਾਵ ਖਿਮਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਬੈਰਾਗ ਜਿਹੜਾ ਉਹ ਸਾਡਾ ਅਸਲ ਭਰਾ ਹੈ, ਜਿਹੜਾ ਸੱਚ ਹੈ ਉਹ ਸਾਡੇ ਚਾਚੇ ਜੈਸਾ ਹੈ। ਇੱਦਾਂ ਕਰਕੇ ਇਸ ਆਦਰ ਨੂੰ ਅਸੀਂ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਗਿਆਨ ਜਿਹੜਾ ਹੈ ਨਾ ਉਹ ਸਾਡੇ ਪੁੱਤਰ ਦੇ ਸਮਾਨ ਹੈ, ਜਿਹਦੇ ਪੈਦਾ ਹੋਣ ਨਾਲ ਸਕੇ ਸੰਬੰਧੀਆਂ ਦਾ ਨਾਮ ਜਿਹੜਾ ਉੱਚਾ ਸੁੱਚਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਗਿਆਨ ਦੇ ਪੈਦਾ ਹੋਣ ਨਾਲ ਆ ਜਿਹੜਾ ਮਨੁੱਖ ਹੈ ਇਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਜਿਹੜੀ ਅਗਿਆਨਤਾ ਹੈ ਉਹ ਦੂਰ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇਹ ਪਰਿਵਾਰ ਜਿਹੜਾ ਹੈ ਨਾ ਇਹ ਬੜਾ ਆਨੰਦ ਦੇਣ ਵਾਲਾ ਹੈ। ਇਸ ਪਰਿਵਾਰ ਦੇ ਵਿੱਚ ਰਹਿ ਕੇ ਫਿਰ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇਸ ਪਰਿਵਾਰ ਨੂੰ ਭਾਵ ਚੰਗੇ ਗੁਣਾਂ ਨੂੰ ਛੱਡ ਕੇ ਲੋਕ ਜਿਹੜੇ ਹਨ ਉਹ ਮੂਰਖ ਹਨ, ਜਿਹੜੇ ਹੋਰ ਕਿਸੇ ਥਾਂ ਦੇ ਉੱਪਰ ਜਾ ਕੇ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਇਸ ਪਰਿਵਾਰ ਦੇ ਵਿੱਚ ਰਹਿਣ ਨਾਲ ਇੱਜ਼ਤ ਜਿਹੜੀ ਬਣਦੀ ਹੈ, ਅੱਗੇ ਵੀ ਬਹੁਤ ਜ਼ਿਆਦਾ ਸੁੱਖ ਮਿਲਦੇ ਹਨ। ਜਿਹੜਾ ਇਸ ਪਰਿਵਾਰ ਨੂੰ ਭਾਵ ਚੰਗੇ ਗੁਣਾਂ ਨੂੰ ਛੱਡ ਦਿੰਦਾ ਹੈ ਉਹਨੂੰ ਫਿਰ ਸਦਾ ਦੁੱਖ ਹੀ ਮਿਲਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਮੁਖਾਰਬਿੰਦ ਤੋਂ ਬਚਨ ਕੀਤੇ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਫਿਰ ਲਾਲੂ ਜੀ, ਕਾਲੂ ਜੀ ਆਖਦੇ, ਨਾਨਕ ਤੂੰ ਸਾਡੇ ਘਰ ਦੇ ਵਿੱਚ ਹੁਣ ਰਹਿਣਾ ਕਰ। ਫਿਰ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ। ਕਾਲੂ ਜੀ, ਲਾਲੂ ਜੀ ਕਹਿੰਦੇ ਨੇ, ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਰਾਏ ਬੁਲਾਰ ਜੀ ਦੇ ਕੋਲ ਲੈ ਜਾਈਏ, ਉਹ ਆਪੇ ਹੀ ਇਹਨਾਂ ਨੂੰ ਸਮਝਾਉਣਾ ਕਰਨਗੇ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਫਿਰ ਕਹਿਣ ਲੱਗੇ ਕਿ ਹੁਣ ਆਓ ਫਿਰ ਆਪਾਂ ਸਾਰੇ ਰਾਏ ਬੁਲਾਰ ਜੀ ਦੇ ਕੋਲ ਚੱਲਣਾ ਕਰੀਏ। ਰਾਏ ਨਾਮ ਕੋ ਦਿਆਲਾ ਉੱਠ ਕਰ ਚਲੇ ਸੰਗ ਤਤਕਾਲ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸੁਣਿਆ ਰਾਏ ਬੁਲਾਰ ਜੀ ਦੇ ਕੋਲ ਜਾਣਾ, ਸਤਿਗੁਰੂ ਉਸੇ ਵੇਲੇ ਉੱਠ ਕੇ ਤੁਰ ਪੈਂਦੇ ਹਨ। ਹੋਰ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ